ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੰਤ ਜਨਾਂ ਕਾ ਪੇਖਨ ਸਭ ਬ੍ਰਹਮਾ, संत जना कै हृदय सब धर्मा। संत जना सुने शुभ बचना, सर्वव्यापी राम संग रचना। जिन जाता तिसकी रहता, सत बचन साधु सब कहत। जो जो होए सोई सुख मानै, करन करावण हार प्रभ जान। अंतर बसै बार पियो ही, नानक दर्शन देख सब मोहि। तो मैं आया शरणी आया, पर उससे आया कृपाया आया। ज्यों भावै त्यों राख स्वामी, मार्ग गुर पठाया। ज़रा ज़हूर हाजरा हजूर, सर्व कला भरपूर समर्थ गुरु। लोक परलोक दे रखियक भगत वशल, बाणी के बोहत दसां पातशाहां दी भगतां दी प्यारी जोत, ज्ञान दा सागर, समर्थ प्रतख सतगुरु श्री गुरु ग्रंथ साहिब जी महाराज, सतगुरु जी दी पावन पवित्र गोद दे विच जुड़ बैठी शब्द दे नाल जुड़ बैठी और जुड़ रही देश प्रदेशा संगत, बहुत ही वडभागी हाँ, भागां वाले हाँ, जिन्हां ते गुरु ने मेहर करके अपने चरण परसन दा समा बख्शिया। गुरु पातशाह ने मेहर करके अपने सन्मुख ले आउंदा। असीं वडभागे हाँ, गुरु नानक दे घर दे विच दाखला एंट्री भागां वालियां नूं हुंदी है। जिवें किसी ने सिनेमे दे विच जाना, ਉਹਦੀ एंट्री जिहड़ी है वो सौखी नहीं, पैसे खर्चने पैंदे हन। किसी ने कोई टीमां दा मैच वेखना किसी भी तरह का, उन्होंने भी एंट्री वास्ते कई दिन पहला अप्रोच करनी पैंदी, मेहनत करनी पैंदी। दूसरे देशों के विच मैच हुंदे होण, उत्थे जाण दे लई बहुत साधन लभणे पैंदे हन, टिकट लैनी पैंदी है। फिर जाके असी वो चीज़ वेखदे अपने जीव दे विचों पैसे खर्च करके। गुरु नानक दे घर दे विच सानू बहुत सुविधा, बड़ी बख्शिश है। गुरु नानक दा घर दुनिया दे सारे ही घरां तों वड्डा,
ਇੱਥੇ ਟਿਕਟ ਕੇਵਲ ਲੱਗਦੀ ਹੈ ਪ੍ਰੇਮ ਦੀ ਸ਼ਰਧਾ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਬਦਲੇ ਕੋਈ ਕਿਸੇ ਕੋਲੋਂ ਪੈਸੇ ਨਹੀਂ ਮੰਗੇ ਜਾਂਦੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਕਿਸੇ ਨੇ ਪਿਕਚਰ ਦੇਖਣੀ ਹੈ, ਕਿਸੇ ਨੇ ਮੈਚ ਦੇਖਣਾ ਹੈ, ਕਿਸੇ ਨੇ ਕੋਈ ਸਰਕਸ ਦੇਖਣੀ ਹੈ, ਉਹਨੂੰ ਪੈਸੇ ਦੇਣੇ ਪੈਂਦੇ ਨੇ। ਫਿਰ ਜਾ ਕੇ ਉਹ ਦੇਖ ਕੇ ਮਨ ਨੂੰ ਖੁਸ਼ ਕਰਦਾ ਹੈ। ਦੁਨੀਆ ਸਿਨੇਮਿਆਂ ਵਿੱਚ ਜਾਂਦੀ ਹੈ ਕਾਹਦੇ ਲਈ? ਇੰਟਰਟੇਨਮੈਂਟ ਲਈ, ਮਨ ਨੂੰ ਖੁਸ਼ ਕਰਨ ਦੇ ਲਈ। ਉਹ ਇੱਕ ਟੈਂਪਰੇਰੀ ਖੁਸ਼ੀ ਮਿਲਦੀ ਜ਼ਰੂਰ ਹੈ, ਇੱਕ ਟੈਂਪਰੇਰੀ ਖੁਸ਼ੀ ਜ਼ਰੂਰ ਮਿਲਦੀ ਹੈ ਇੰਨੇ ਜ਼ਿਆਦਾ ਪੈਸੇ ਖਰਚ ਕੇ। ਤੇ ਉੱਥੇ ਜਿਹੜਾ ਬੀਤਿਆ ਸਮਾਂ ਬਹੁਤਾ ਲੇਖੇ ਵਿੱਚ ਨਹੀਂ ਲੱਗਦਾ। ਹੋ ਸਕਦਾ ਕੋਈ ਮੈਸੇਜ ਚੰਗਾ ਵੀ ਮਿਲ ਜਾਏ, ਪਰ ਜ਼ਿਆਦਾ ਸਮਾਂ ਅਸੀਂ ਇੰਟਰਟੇਨਮੈਂਟ ਨੂੰ ਮੁੱਖ ਰੱਖ ਕੇ ਜਾਂਦੇ ਹਾਂ। ਪਰ ਜਦੋਂ ਗੁਰੂ ਨਾਨਕ ਦੇ ਘਰ ਨੂੰ ਆਈਦਾ, ਜਦੋਂ ਅਸੀਂ ਸਤ ਸੰਗ ਵਿੱਚ ਆਈਦਾ, ਸਤ ਸੰਗਤ ਵਿੱਚ ਬੈਠੀਦਾ, ਇੱਥੇ ਸਾਨੂੰ ਦੁਨੀਆ ਦੀ ਉਹ ਸ਼ਾਂਤੀ, ਉਹ ਸੁੱਖ ਮਿਲਦਾ ਜਿਹੜਾ ਕਿਸੇ ਵੀ ਪਦਾਰਥ ਚੀਜ਼ ਦੇ ਵਿੱਚੋਂ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਜਾਂ ਸਤ ਸੰਗ ਕਰਨ ਦੇ ਨਾਲ ਜੋ ਕੁਝ ਵੀ ਸਾਨੂੰ ਮਿਲਦਾ ਹੈ, ਉਹ ਦੁਨੀਆ ਦੀ ਹੋਰ ਕਿਸੇ ਵੀ ਵਸਤੂ ਦੇ ਵਿੱਚੋਂ, ਕਿਸੇ ਵੀ ਘਰ ਦੇ ਵਿੱਚੋਂ, ਕਿਸੇ ਵੀ ਸੰਸਥਾ ਵਿੱਚੋਂ, ਕਿਸੇ ਵੀ ਇਨਸਾਨ ਕੋਲੋਂ ਉਹ ਵਸਤੂ ਨਹੀਂ ਮਿਲਦੀ ਜੋ ਸਾਨੂੰ ਗੁਰੂ ਕੋਲ ਮਿਲ ਜਾਂਦੀ ਹੈ। ਕਿਉਂਕਿ ਗੁਰੂ ਨਿਰਭਉ ਹੈ, ਨਿਰਵੈਰ ਹੈ, ਨਿਰਪੱਖ ਹੈ, ਨਿਆਂਕਾਰੀ ਹੈ, ਲਾਲਚ ਤੋਂ ਬਗੈਰ ਹੈ, ਔਰ ਕਿਸੇ ਤਰ੍ਹਾਂ ਦਾ ਉਸ ਨੂੰ ਮਾਨ ਹੰਕਾਰ ਨਹੀਂ। ਸੋ ਇਸ ਕਰਕੇ ਸਾਨੂੰ ਗੁਰੂ ਤੋਂ ਉਹ ਬਖਸ਼ਿਸ਼ ਮਿਲਦੀ ਹੈ ਜੋ ਸਾਨੂੰ ਬਖਸ਼ਿਸ਼ ਸੰਸਾਰ ਦੇ ਕਿਸੇ ਵੀ ਪਦਾਰਥ, ਕਿਸੇ ਵੀ ਚੀਜ਼ ਤੋਂ ਨਹੀਂ ਮਿਲਦੀ। ਸੋ ਆਓ ਅਸੀਂ ਅਰਜ਼ ਕਰਦੇ ਹਾਂ ਗੁਰੂ ਦੇ ਅੱਗੇ। ਸਾਡੀ ਅਰਜ਼ ਗੁਰੂ ਦੇ ਅੱਗੇ ਹਮੇਸ਼ਾ ਰਹਿੰਦੀ ਹੈ ਗਰਜ ਦੇ ਲਈ। ਸਾਡੀ ਗਰਜ ਪੂਰੀ ਹੋ ਜਾਏ ਅਸੀਂ ਅਰਜ਼ ਕਰਦੇ ਹਾਂ। ਕਈਆਂ ਦੀ ਗਰਜ ਪੂਰੀ ਹੋ ਜਾਂਦੀ ਹੈ, ਕਈਆਂ ਦੀ ਗਰਜ ਪੂਰੀ ਨਹੀਂ ਹੁੰਦੀ। ਇਹਦਾ ਮਤਲਬ ਕਈਆਂ ਦੀ ਅਰਜ਼ ਪੂਰੀ ਹੋ ਗਈ, ਕਈਆਂ ਦੀ ਅਰਜ਼ ਅਧੂਰੀ ਰਹਿ ਗਈ। ਪੂਰੀ ਅਰਜ਼ ਕਿਹਨਾਂ ਦੀ ਹੁੰਦੀ ਹੈ ਜਾਂ ਗਰਜ ਕਿਹਨਾਂ ਦੀ ਪੂਰੀ ਹੁੰਦੀ ਹੈ? ਮਹਾਰਾਜ ਜੀ ਇੱਕ ਸਾਨੂੰ ਫਰਜ਼ ਲਾਉਂਦੇ ਨੇ, ਇੱਕ ਹੁਕਮ ਲਾਉਂਦੇ ਹਨ। ਜੋ ਇਨਸਾਨ ਅਰਜ਼ ਕਰਦਾ ਗਰਜ ਦੇ ਲਈ, ਇਹ ਦੋਨੇ ਚੀਜ਼ਾਂ ਕਬੂਲ ਉਦੋਂ ਹੁੰਦੀਆਂ ਹਨ ਜਦੋਂ ਮਨੁੱਖ ਆਪਣੇ ਫਰਜ਼ਾਂ ਨੂੰ ਪਹਿਚਾਨਦਾ। ਅਰਜ਼ ਗਰਜ ਸਾਡੇ ਵੱਲੋਂ ਹੈ, ਫਰਜ਼ ਗੁਰੂ ਵੱਲੋਂ ਹੈ। ਅਰਜ਼ ਅਸੀਂ ਕਰਦੇ ਹਾਂ, ਗਰਜ ਸਾਡੇ ਵੱਲੋਂ ਹੈ, ਤੇ ਫਰਜ਼ ਜਿਹੜਾ ਹੈ ਉਹ ਗੁਰੂ ਸਾਨੂੰ ਲਾਉਂਦਾ ਵੀ ਇਹ ਤੇਰਾ ਫਰਜ਼ ਹੈ, ਇਹ ਮੇਰਾ ਹੁਕਮ, ਇਹ ਤੇਰਾ ਫਰਜ਼ ਬਣ ਗਿਆ। ਜਦੋਂ ਤੂੰ ਫਰਜ਼ ਨੂੰ ਮੰਨ ਲਏਗਾ, ਜਦੋਂ ਤੂੰ ਫਰਜ਼ ਨਿਭਾ ਦੇਂਗਾ ਗੁਰੂ ਦਾ, ਤੇ ਫਿਰ ਇਹ ਅਰਜ਼ ਤੇਰੀ ਗਰਜ ਜਿਹੜੀ ਹੈ ਉਹ ਪੂਰੀ ਹੋ ਜਾਏਗੀ। ਜੇ ਤੂੰ ਆਪਣੇ ਫਰਜ਼ਾਂ ਨੂੰ ਪਹਿਚਾਨਿਆ ਨਹੀਂ, ਜੇ ਆਪਣੇ ਫਰਜ਼ਾਂ ਨੂੰ ਤੂੰ ਪੂਰਾ ਨਹੀਂ ਕੀਤਾ, ਫਿਰ ਤੇਰੀ ਕੀਤੀ ਹੋਈ ਅਰਜ਼, ਤੇਰੇ ਅੰਦਰ ਜਿਹੜੀ ਹੈ ਗਰਜ, ਉਹ ਪੂਰੀ ਨਹੀਂ ਹੋਣੀ। ਸੋ ਇਸ ਲਈ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ। ਸੋ ਜਿਨ੍ਹਾਂ ਨੇ ਅੱਜ ਤੱਕ ਹੁਕਮ ਨੂੰ ਮੰਨਿਆ, ਮਹਾਰਾਜ ਜੀ ਕਹਿੰਦੇ ਉਹਨੇ ਜੋ ਸੋਚਿਆ ਵੀ ਨਹੀਂ ਸੀ ਉਹ ਵੀ ਮਿਲਿਆ। ਅਸੀਂ ਸੋਚ ਕੇ ਮੰਗਦੇ ਹਾਂ, ਲਿਸਟ ਬਣਾਉਂਦੇ ਹਾਂ ਆਪਣੇ ਗੁਰੂ ਅੱਗੇ,
अपने मालिक अगे। पर महाराज जी कहते जदों बख्शिश परमात्मा की जिस ते हुंदी है उसनों फिर मंगण की जरूरत नहीं रहिंदी, उसनों बिना मंगिया ही बहुत कुछ मिल जाता है, मंगण की जरूरत नहीं रहिंदी। सो इसलिए वड्डे दियां ना दातां भी वड्डियां हुंदियां ने, वड्डे दी बख्शिश भी वड्डी हुंदी है। सुन वड्डा आखे सब कोय केवड़ वड्डा डिठा होए, जेवड़ आप तेवड़ तेरी दात जिन दिन करके कीती रात। साडा मालिक साडा रब बहुत वड्डा है, बहुत वड्डा है। वड्डे कोलों वड्डी चीज़ ही लैनी है, असी छोटी लैनी भी नहीं। सानू महाराज जी ने सुमत दिती है, साडा मालिक वड्डा है। वड्डे कोलों वड्डी चीज़ लैनी है, वड्डे कोलों वड्डी चीज़ लैनी है। जिवें गुरु गोबिंद सिंह महाराज एक सिख ते खुश होके कहंदे भाई सिखा तेरे ते बख्शिश करनी है, तेरा दो जो दिल करदा तू मंग लै तेनों देवांगे, जो चीज़ तेनों चाहिदी है असीं तेनों दे देंगे, तेरी सेवा तो खुश है, मंग तेनों की चाहिए। जेवड़ आव तेवड़ तेरी दात। वो कहंदा महाराज जी कोई गल नहीं, आप जी दी बड़ी बख्शिश है, फिर भी मैं अपने घर जाके मैं सलाह करके अपने परिवार नाल फिर तुहानूं मैं दस देना सानूं किहड़ी चीज़ की जरूरत है। अपने भरावां नाल मतलब अपने भाइयों दे कोल बहिंदा है, कहंदा भी गुरु गोबिंद सिंह महाराज जी मेरे तो खुश होए ने ते वो कहंदे ने जो तैनूं चाहीदा है वो तैनूं दे दिंदे आ। वो भाई कहन लगे जमीन जायदाद ये बहुत जरूरी होंदी है, ये जमीना मंग लै, जायदाद बन जाएगी, अगे तू सुखी रहेगा। घरवाली दे नाल भी सलाह की, उसने भी इस तरह का ही विचार दिता भी दुनिया के पदार्थों का। वो घरों तुरन तो पहला एक मिनट लिए रुक गया, उसका ध्यान अपनी एक छोटी जी बेटी वाल गया, अपनी धी वाल गया। उसनों भी कहंदा बेटे मैनू 10वें पातशाह महाराज जी ने कुछ मंगन नूं आख्या, तू भी सलाह दे, तू भी दस मैं की मंगा। वो बेटी कहंदी पिता जी मैनू अपने नाल ही लै जाओ, मैं महाराज जी दे सन्मुख हो के बेनती करांगी। वो अपनी धी नूं नाल लै गया, अपनी धी नूं नाल ले जाके गुरु गोबिंद सिंह महाराज नूं कहंदा सच्चे पातशाह जो भी बख्शिश तुसी करनी है, मेरी धी बहुत सियाणी है, ये तुहानूं बेनती करन लई आई है, सो जो ये कहंदी है तुसी बख्शिश कर देनी। महाराज जी कहंदे हाँ पुत्र बोलो की चाहिए। जेवड़े आव तेवड़ तेरी दात। वो बेटी कहंदी है साडे घर बहुत गरीबी है, पर फिर भी मालिक सानू रोटी 2 वक्त की दे ही जांदा है, सानू कोई गल नहीं, रोटी दे ही जांदा है, रहन नूं माड़ी मोटी छत भी दिती है, पहनण नूं कपड़े भी मिल रहे ने। सानू दुनिया की कोई वस्तु मिले या ना मिले, सानू धन मिले या ना मिले कोई गल नहीं, रोटी मिले या ना मिले कोई गल नहीं, पहनण नूं कोई बहुता चंगा मिले या ना मिले कोई गल नहीं। महाराज जी जे तुसीं तुठे हो ते साडे ते मेहर करके सानू सबर ते संतोख दी बख्शिश करो। महाराज जी जे तुसीं साडे ते खुश होए हो सानू सबर ते संतोख दे दिओ। महाराज जी बहुत प्रसन्न होए, कहंदे सिखा तेरी इस धी ने दुनिया दी सब तो कीमती वस्तु मंग लई, बहुत कीमती वस्तु मंगी है। धन ते हर कोई दे सकता है, एक वड्डा बंदा छोटे बंदे नूं धन दे सकता है, अमीर गरीब नूं दे सकता है, चीज़ां भी दे सकता है, पर दुनिया का कोई भी बंदा किसी को सबर संतोख नहीं दे सकता, क्योंकि वो खुद उस को आपको भी नहीं है। ये सबर संतोख गुरु दे कोल हुंदा है, मालिक कोल हुंदा है। ते महाराज जी कहंदे जाओ तुहानू ये दात दिती, नाल ही गुरु नानक तुहाडे ते मेहर करे, दुनिया दे किसी पदार्थ की कमी भी नहीं आएगी।
बिना संतोख नहीं को राजै। क्योंकि संतोख जिहड़ा दुनिया दे विच जिन्ने भी वड्डे तो वड्डे अमीर बंदे ने, रिच बंदे ने, चाहे कोई PM है, चाहे कोई प्रेजिडेंट है, CM है, किसी को सबर संतोख नहीं। 5 साल कुर्सी तो बाद वो कहता 5 साल कुर्सी मैनू होर मिल जाए। ये राजे जिहड़े दुनिया दे गुरबाणी दे विच इन्हां नूं भुखे किया राजा कहंदे ने। जिहड़ा राजे जांदा है, जिहड़ा रजिया ही नहीं वो राजा नहीं। ते गुरु दे जिहड़े सिख हुंदे ने जां गुरु दे बच्चे हुंदे ने, सबर संतोखी हुंदे ने, वो राजे हुंदे ने। प्रभु को सिमरे से बेमोहताजे, प्रभु को सिमरे से सर्ब के राजे। सो जिड्डा वड्डा परमात्मा आप है, ओडी वड्डी ही वो दात दिंदा है। एक दिन मनुख नूं सब कुछ मिल जांदा है, गड्डियां, कारां, कोठियां, सब कुछ, हर चीज़ मिल जाती, पैसे की भी कमी नहीं, इधर भी पैसा उधर भी पैसा, पर फिर भी उसनूं इस तरह लगता भी मेरे कोल कुछ कमी है। एक दिन सब कुछ मिलने तो बाद भी मन विच शांति नहीं हुंदी, ऐदा लगदा मैनू कोई कमी है। वो कमी हुंदी है गुरु की बख्शिश दी, मालक की बख्शिश दी, सबर ते संतोख दी। ते वो सबर संतोख असी कदी मंगिया नहीं, इस करके सानू वो मिलिया नहीं। असी जिथे दुनियावी चीज़ां नूं मंगना है, उत्थे महाराज जी कोलों सबर ते संतोख की भी डिमांड करनी। महाराज जी सानू सबर संतोख देवी, असी सारी जिंदगी भजदे दौड़दे ही ना खत्म हो जाइए। असी रुक भी जाइए, रुक के देख भी लईए आपां कित्थे पहुंचे हैं, असी कित्थे जाना है। मैं दौड़ी ना जाइए, दौड़द्यां 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 एक दिन डिग ना जाइए, फिर दौड़न जोगे ना रहिए। क्योंकि महाराज जी ने बाणी दे विच जिवें रहाओ दी लिखिया ना शब्द भी रुक, हुण विचार कर, हुण सोच, हुण तेरा बचपन लंघ गया, जोबन विच चला गया, तू सोच भी मैं बालपन दे विच की प्राप्त कीती है। तेरा जोबन निकलदा जांदा पिया, बुढ़ापा आ रहा है, तू सोच मैं जोबन किवें गुजारिया, किवें बतीत कीता है। तेरा बुढ़ापा भी लंघ चलिया, मौत के किनारे तू आ रहे हैं, तेनू सोच लेना चाहिए मैं बुढ़ेपे दे विच भी अजे तक कुछ खट्टिया या नहीं। क्योंकि बाणी सानू रोज कहती है भी बंदे खोज दिल हर रोज, बंदे खोज दिल हर रोज, ना फिर परेशानी माहे। जिहड़ा रोज अपने दिल मन नू खोजदा है, उहदा मन साफ रहिंदा है। जो रोज गुरु की बाणी नू, गुरु के दर्शनां नू दीदार करदा है, उहदा मन साफ रहिंदा है, वो आशावादी रहिंदा है। जो गुरु तो दूर हुंदा 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 दूर चला जाता है, परमेश्वर ते भुलिया व्यापन सबे रोग। बंदा कहता कोई गल नहीं, गुरुद्वारे जाण दे नाल की हुंदा, ना जाइए तां भी सर जांदा, पर नहीं, इस तरह नहीं है। बहुत घाटा पैंदा है, महाराज जी कहते बहुत वड्डा घाटा पैंदा, इनू पता नहीं, इनू पता नहीं। दिन ते पैर, पैर ते घड़ियां, औद घटे तन छिजै, तैनू नहीं पता तेनू किड्डा क घाटा पै रहा। इस करके बंदे खोज दिल हर रोज, गुर सतगुर का जो सिख अखाए, सो भल के उठ हर नाम ध्यावै। तैनू उठना चाहिए, तेनू उद्यम करना चाहिए। तेरा एक कर्म है, ध्यान देना, तेरा एक कर्म। असी किसान लोग हाँ, ज़्यादा पिंडां विच खेतीबाड़ी बारे सानू जानकारी। असी मझां डंगर पशु मईयां जिन्हों कई कह देंगे ने रखियां हुई, जे दुध देने वाला पशु दुध देनों बंद हो जाए, एक दिन धारा ना मिलन, मतलब दुध ना मिले तो चिंता होंदी कि नहीं। छेती छेती बंदा भजदा डॉक्टर को, अज साडी गां मझ जिहड़ी है उसने दुध नहीं दिता, दुध वाला पशु दुध देना बंद कर दवे, 2-4 दिन ना दवे, 1 महीना ना दवे, लोकी उन्हों घरों सस्ते रेट से कढ़ देंदे ने। बाणी विच लिखिया इहदे बारे, लोकी कहंदे इसनूं नहीं रखना, इसनूं बाहर कढ़ दिओ। बाणी विच लिखिया दुध बिन धीन, पंख बिन पंखी। दुध तो बिना जिहड़ी गां जां दुध वाला पशु वो किसी कम दा नहीं। दुध बिन धीन, पंख बिन पंखी। पंछी जिहड़ा परां तो बगैर, पंखां तो बगैर, वो भी किसी कम दा नहीं। जिस पंछी दे खंभ ना होण, पंख ना होण, वो वार वार धरती ते डिग जांदा जां उड़ नहीं सकदा। इस करके जिवें वो चीज़ां किसी कम दियां नहीं,
ਜਿਸ ਦੇ ਜੀਵਨ ਦੇ ਵਿੱਚ ਸ਼ੁਕਰਾਨਾ ਨਹੀਂ, ਜਿਸ ਦੇ ਜੀਵਨ ਵਿੱਚ ਗੁਰੂ ਦੇ ਦਰਸ਼ਨ ਦੀਦਾਰ ਨਹੀਂ, ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਵੀ ਇਸੇ ਤਰ੍ਹਾਂ ਦਾ ਮਨੁੱਖ ਹੈ, ਉਹ ਵੀ ਕਿਸੇ ਕੰਮ ਦਾ ਨਹੀਂ ਹੈ। ਇਸ ਕਰਕੇ ਗੁਰੂ ਮਿਹਰ ਕਰੇ, ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ। ਬਹੁਤ ਵੱਡਾ ਪਿਆਰਾ ਵਿਸ਼ਾ ਸ਼ਬਦ ਦੇ ਵਿੱਚ ਆਉਣਾ। ਸੋ ਸ਼ਬਦ ਅਸੀਂ ਪੜ੍ਹ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 294 ਦੇ ਉੱਪਰ ਇਹ ਸ਼ਬਦ ਅੰਕਿਤ ਹੈ। ਸੰਤ ਜਨਾਂ ਕਾ ਪੇਖਨ ਸਭ ਬ੍ਰਹਮ, ਸੰਤ ਜਨਾਂ ਕੇ ਹਿਰਦੇ ਸਭ ਧਰਮ। ਇਹ ਜਿਹੜੀ ਜਿੰਨੀ ਬਾਣੀ ਹੈ ਸਾਰਿਆਂ ਦੇ ਲਈ ਹੈ। ਅਸੀਂ ਜਿੰਨੇ ਬੈਠੇ ਹਾਂ ਅਸੀਂ ਸੰਤ ਹਾਂ, ਅਸੀਂ ਜਿੰਨੇ ਬੈਠੇ ਹਾਂ ਅਸੀਂ ਚੋਰ ਤੇ ਠੱਗ ਹਾਂ। ਧਿਆਨ ਦੇਣਾ, ਅਸੀਂ ਜਿੰਨੇ ਸੁਣ ਰਹੇ ਹਾਂ ਅਸੀਂ ਸੰਤ ਹਾਂ, ਅਸੀਂ ਜਿੰਨੇ ਸੁਣ ਰਹੇ ਹਾਂ ਦੂਰ ਦੂਰ ਭਾਵੇਂ ਅਸੀਂ ਠੱਗ ਤੇ ਚੋਰ ਵੀ ਹਾਂ। ਉਹ ਕਿਵੇਂ? ਸੰਤ ਕਿਸੇ ਸਪੈਸ਼ਲ ਬੰਦੇ ਦਾ ਨਾਂ, ਜਾਂ ਠੱਗ ਕਿਸੇ ਸਪੈਸ਼ਲ ਬੰਦੇ ਦਾ ਨਾਂ, ਜਾਂ ਚੋਰ ਕਿਸੇ ਸਪੈਸ਼ਲ ਜਿਹੜਾ ਚੋਰੀ ਕਰਦਾ ਉਹਦਾ ਨਾਂ ਹੈ ਚੋਰ। ਮਹਾਰਾਜ ਜੀ ਕਹਿੰਦੇ ਤੁਹਾਨੂੰ ਦੱਸ ਦਿੰਦੇ, ਆਪ ਹੀ ਪਤਾ ਲੱਗ ਜਾਂਦਾ ਵੀ ਸੰਤ ਕਿਹੜਾ ਵੀ ਠੱਗ ਕਿਹੜਾ। ਸੰਤ ਵੀ ਸੁਭਾਅ ਦਾ ਨਾਮ ਹੈ ਤੇ ਠੱਗ ਵੀ ਠੱਗੀ ਦਾ ਸੁਭਾਅ ਦਾ ਨਾਮ ਹੈ। ਜਿਹੜਾ ਠੱਗੀਆਂ ਕਰਦਾ ਹੈ ਉਹ ਠੱਗ ਹੈ, ਚਾਹੇ ਜਿੱਥੇ ਮਰਜ਼ੀ ਕਰੇ। ਤੇ ਜਿਹੜਾ ਸੰਤ ਸੁਭਾਅ ਦਾ, ਸਾਧੂ ਸੁਭਾਅ ਦਾ, ਸਾਧਿਆ ਹੋਇਆ, ਅੰਦਰੋਂ ਨਿਰਮਲ ਹੈ, ਉਹ ਕੋਈ ਵੀ ਬੰਦਾ ਹੈ, ਗੋਰਾ ਹੈ, ਕਾਲਾ ਹੈ, ਮੁੰਨਾ ਹੈ, ਸਰਦਾਰ ਹੈ, ਉਹ ਹਿੰਦੂ ਹੈ, ਮੁਸਲਮਾਨ ਹੈ, ਕੋਈ ਵੀ ਹੈ, ਉਹ ਬੰਦਾ ਨੇਕ ਹੈ, ਉਹ ਸਾਫ਼ ਹੈ, ਉਹ ਸੰਤ ਹੈ। ਸੰਤ ਸਮੂਹ ਨੇਕਮਤੀ ਕੇ। ਸੋ ਉਹ ਇਨਸਾਨ ਸੰਤ ਦਾ ਰੂਪ ਹੈ ਜਾਂ ਸੰਤ ਹੈ ਜਿਸ ਨੇ ਆਪਣੇ ਆਪ ਨੂੰ ਸਾਧਿਆ ਹੋਇਆ, ਜਿਸ ਨੇ ਆਪਣੇ ਮਨ ਨੂੰ ਕੰਟਰੋਲ ਕੀਤਾ ਹੋਇਆ, ਜਿਸ ਦੇ ਅੰਦਰ ਪ੍ਰਮਾਤਮਾ ਪ੍ਰਤੀ ਖਿੱਚ ਹੈ, ਜਿਸ ਦਾ ਅੰਦਰ ਨਿਰਮਲ ਸਾਫ਼ ਹੈ, ਜਿਹੜਾ ਬੁਰਾ ਨਹੀਂ ਸੋਚਦਾ, ਜੋ ਬੁਰਾ ਨਹੀਂ ਕਰਦਾ, ਜੋ ਗੁਰੂ ਦਾ ਰੱਬ ਦਾ ਸ਼ੁਕਰਾਨਾ ਕਰਦਾ ਹੈ, ਜੋ ਪੋਜ਼ਿਟਿਵ ਰਹਿੰਦਾ ਹੈ, ਜੋ ਦਇਆਵਾਨ ਹੈ। ਜੇ ਇਸ ਤਰ੍ਹਾਂ ਦੇ ਕਿਸੇ ਦੇ ਵਿੱਚ ਗੁਣ ਹੈ ਤੇ ਉਹ ਸੰਤ ਹੈ। ਤੇ ਜੇ ਕਿਸੇ ਦੇ ਅੰਦਰ ਦੂਸਰੇ ਨੂੰ ਲੁੱਟਣ ਦੀ ਭਾਵਨਾ ਰਹਿੰਦੀ ਹੈ, ਧਿਆਨ ਦੇਣਾ, ਜੇ ਕਿਸੇ ਦੂਸਰੇ ਦੀ ਚੀਜ਼ ਨੂੰ ਕਹਿੰਦਾ ਵੀ ਮੈਂ ਚੁਰਾ ਕੇ ਆਪਣੀ ਬਣਾ ਲਵਾਂ, ਉਹ ਭਾਵੇਂ ਛੋਟੀ ਚੀਜ਼ ਹੈ ਭਾਵੇਂ ਵੱਡੀ ਚੀਜ਼ ਹੈ, ਜਦੋਂ ਕਿਸੇ ਦੇ ਅੰਦਰ ਹੇਰਾ ਫੇਰੀ ਚੱਲਦੀ ਰਹਿੰਦੀ ਹੈ, ਭਾਵੇਂ ਉਹ ਕੋਈ ਅਨਪੜ੍ਹ ਬੰਦਾ, ਚਾਹੇ ਪੜ੍ਹਿਆ ਲਿਖਿਆ, ਚਾਹੇ ਉਹ ਨਿਤਨੇਮੀ ਹੈ, ਚਾਹੇ ਨਿਤਨੇਮ ਨਹੀਂ ਕਰਦਾ, ਜੇ ਇਦਾਂ ਦੀਆਂ ਭਾਵਨਾ ਨੇ ਤੇ ਫਿਰ ਉਹ ਠੱਗ ਹੈ, ਉਹ ਠੱਗ ਹੈ, ਉਹ ਚੋਰ ਵੀ ਹੈ। ਭਗਤ ਕਬੀਰ ਜੀ ਕਹਿੰਦੇ ਉਹ ਚੋਰ ਵੀ ਹੈ। ਕਿਵੇਂ ਹੈ? ਸੁਣੋ। ਕਬੀਰ ਧਰਤੀ ਸਾਧ ਕੀ ਤਸਕਰ ਬੈਠੇ ਗਾਏ। ਇਸ ਧਰਤੀ ਤੇ ਚੋਰਾਂ ਦਾ ਮਖੌਟੇ ਹੋਰ ਨੇ ਤੇ ਚੋਰਾਂ ਦਾ ਕਬਜ਼ ਹੈ। ਬਾਹਰੋਂ ਧਰਮੀ, ਅੰਦਰੋਂ ਚੋਰ। ਅੰਦਰੋਂ ਜਿਹੜੀ ਹੈ ਖਿੱਚ ਹੋਰ ਕੁਛ ਹੈ ਤੇ ਬਾਹਰੋਂ ਦਿਖਾਵਾ ਜਿਹੜਾ ਹੋਰ ਕੁਝ ਹੈ। ਸੋ ਮਹਾਰਾਜ ਜੀ ਨੇ ਕਿਹਾ ਵੀ ਜੀਓ ਮੈਲੇ ਬਾਹਰੋਂ ਨਿਰਮਲ। ਧਿਆਨ ਦੇਣਾ, ਅੰਦਰੋਂ ਮੈਲੇ ਹੋਣ ਤੇ ਬਾਹਰੋਂ ਧਰਮੀ ਦਿਸਦੇ ਹੋਣ। ਜੀਓ ਮੈਲੇ ਬਾਹਰੋਂ ਨਿਰਮਲ, ਜਿਉ ਤੋਂ ਮੈਲੇ ਤਿਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੋੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜਿਵੇਂ ਜੂਏ ਦੇ ਵਿੱਚ ਬੰਦਾ ਹਾਰ ਦਿੰਦਾ ਨਾ ਸਭ ਕੁਝ, ਇਵੇਂ ਜਿਹੜਾ ਮੈਲਾ ਬੰਦਾ ਹੈ ਨਾ ਅੰਦਰੋਂ, ਮਹਾਰਾਜ ਜੀ ਕਹਿੰਦੇ ਉਹ ਹਾਰਿਆ ਹੋਇਆ ਹੁੰਦਾ, ਉਹ ਹਾਰਿਆ ਹੋਇਆ ਹੁੰਦਾ। ਇਸ ਕਰਕੇ ਨੇਕ ਬੰਦਾ ਜਿਹੜਾ ਹੈ ਉਹ ਸੰਤ ਸੁਭਾਅ ਦਾ। ਨੇਕ ਬੰਦਾ ਹੀ ਉਹ ਹੁੰਦਾ ਜਿਹਦਾ ਸੁਭਾਅ ਬਹੁਤ ਵਧੀਆ ਹੋਵੇ, ਜਿਹਦੇ ਅੰਦਰ ਪੁੰਨ ਹੋਵੇ, ਜਿਹਦੇ ਅੰਦਰ ਦਿਆਲਤਾ ਹੋਵੇ, ਜਿਸ ਅੰਦਰ ਸ਼ੁਕਰਾਨਾ ਹੋਵੇ, ਉਹਨੂੰ ਅਸੀਂ ਸੰਤ ਕਹਿ ਦਿੰਦੇ। ਹੋਰ ਸੰਤ ਦੇ ਉੱਪਰ ਕੋਈ ਬੋਰਡ ਥੋੜੋ ਲੱਗਾ, ਕੋਈ ਫੱਟੀ ਥੋੜੋ ਲੱਗੀ ਹੈ, ਕੋਈ ਪ੍ਰਿੰਟ ਥੋੜੋ ਕੀਤਾ ਉਹਦੇ ਉੱਪਰ ਕੁਛ ਵੀ ਇਹ ਸੰਤ ਹੈ। ਉਹਦੀ ਕਰਨੀ ਨੂੰ ਦੇਖ ਕੇ ਅਸੀਂ ਕਹਿੰਦੇ ਵੀ ਇਹ ਸੰਤ ਲੋਕ ਹਨ, ਇਹ ਸੰਤ ਹੈ। ਇਸ ਕਰਕੇ ਅਸੀਂ ਉਸ ਨੂੰ ਸੰਤ ਮੰਨ ਲੈਂਦੇ ਹਾਂ। ਤੇ ਜਿਹੜਾ ਬੰਦਾ ਵਿਹਾਰ ਕਰਕੇ, ਜਿਹੜਾ ਬੰਦਾ ਸੁਭਾਅ ਕਰਕੇ ਮਾੜਾ ਹੈ, ਉਸ ਨੂੰ ਅਸੀਂ ਕਈ ਗਲਤ ਲਫ਼ਜ਼ਾਂ ਨਾਲ, ਸ਼ਬਦਾਂ ਦੇ ਨਾਲ ਸੰਬੋਧਨ ਕਰ ਦਿੰਦੇ ਹਾਂ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਤ ਜਨਾਂ ਕਾ ਪੇਖਨ ਸਭ ਬ੍ਰਹਮ। ਜਿਹੜਾ ਗੁਰਮਤ ਦਾ ਧਾਰਨੀ ਹੈ, ਗੁਰਮੁਖ ਇਨਸਾਨ ਹੈ, ਉਹਦਾ ਸੁਭਾਅ ਰੱਬੀ ਸੁਭਾਅ ਹੈ ਤੇ ਉਹਦੇ ਲਈ ਸਾਰਾ ਬ੍ਰਹਮ ਹੀ ਪ੍ਰਮਾਤਮਾ, ਉਹਦੇ ਲਈ ਸਾਰਾ ਸੰਸਾਰ ਹੀ ਪ੍ਰਮਾਤਮਾ ਹੈ। ਸੰਤ ਜਨਾਂ ਕਾ ਪੇਖਨ ਸਭ ਬ੍ਰਹਮ।
ਉਹਨੂੰ ਬ੍ਰਹਮ, ਉਹਨੂੰ ਰੱਬ ਕੇਵਲ ਗੁਰਦੁਆਰੇ ਦੇ ਵਿੱਚ, ਮੰਦਿਰ ਵਿੱਚ, ਮਸਜਿਦ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਦੇ ਵਿੱਚ ਨਹੀਂ ਦਿਸਦਾ। ਉਹਨੂੰ ਰੱਬ ਸਾਰੀਆਂ ਜਗ੍ਹਾ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਉਸ ਨੂੰ ਨਜ਼ਰ ਆਉਂਦਾ। ਸੋ ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਆ, ਸੰਤ ਨਾ ਹੀ ਬਹੁਤ ਚੜ੍ਹਦੀ ਕਲਾ ਵਾਲੇ ਇਨਸਾਨ ਦਾ, ਜਿਹਦੇ ਵਿੱਚ ਰੱਬੀ ਗੁਣ ਆ ਗਏ ਹੋਣ ਤੇ ਉਹਦੇ ਹਿਰਦੇ ਦੇ ਵਿੱਚ ਪੁੰਨ ਪੈਦਾ ਹੁੰਦਾ, ਉਹਦੇ ਹਿਰਦੇ ਦੇ ਵਿੱਚ ਦਇਆ ਪੈਦਾ ਹੁੰਦੀ ਹੈ। ਫਿਰ ਉਹ ਹੱਥਾਂ ਦੇ ਨਾਲ ਉਸ ਨੂੰ ਅੰਜਾਮ ਦਿੰਦਾ। ਕੋਈ ਕਿਸੇ ਨੂੰ ਰੋਟੀ ਵੰਡਣ ਉਦੋਂ ਜਾਂਦਾ ਜਦੋਂ ਅੰਦਰ ਪੁੰਨ ਜਾਂ ਦਇਆ ਦੀ ਭਾਵਨਾ ਪੈਦਾ ਹੁੰਦੀ ਹੈ। ਕੋਈ ਵੀ ਬੰਦਾ ਕੋਈ ਵੀ ਚੀਜ਼ ਉਦੋਂ ਤੱਕ ਸ਼ੇਅਰ ਨਹੀਂ ਕਰਦਾ ਜਦੋਂ ਤੱਕ ਉਹਦੇ ਅੰਦਰ ਦਇਆ ਜਾਂ ਪੁੰਨ ਦੀ ਭਾਵਨਾ ਨਾ ਪੈਦਾ ਹੋਵੇ। ਚਾਹੇ ਪੈਸਾ, ਚਾਹੇ ਕੋਈ ਨੁਕਤਾ, ਚਾਹੇ ਵਿਦਿਆ। ਦੂਸਰੇ ਨਾਲ ਸ਼ੇਅਰ ਬੰਦਾ ਉਦੋਂ ਕਰਦਾ ਜਦੋਂ ਅੰਦਰ ਦਇਆ ਜਾਂ ਪੁੰਨ ਦੀ ਭਾਵਨਾ ਆਉਂਦੀ ਹੈ। ਜਿਸ ਦੇ ਅੰਦਰ ਦਇਆ ਜਾਂ ਪੁੰਨ ਦੀ ਭਾਵਨਾ ਹੈ ਉਹ ਸਾਧ ਹੈ। ਉਹ ਕੋਈ ਵੀ ਹੈ, ਕਿਸੇ ਵੀ ਧਰਮ ਦਾ। ਜਦੋਂ ਕਿਸੇ ਅੰਦਰ ਪੁੰਨ ਦਇਆ ਦੀ ਭਾਵਨਾ ਆਉਂਦੀ ਹੈ ਉਹ ਸਾਧੂ ਹੈ, ਸੰਤ ਹੈ, ਗੁਰਮੁਖ ਹੈ। ਤੇ ਉਹ ਫਿਰ ਜਦੋਂ ਉਹ ਚੀਜ਼ ਕਰ ਦਿੰਦਾ ਹੈ, ਪੁੰਨ ਕਰ ਦਿੰਦਾ ਹੈ, ਦਇਆ ਕਿਸੇ ਦੇ ਕਮਾ ਲੈਂਦਾ, ਉਸ ਨੂੰ ਫਿਰ ਅਸੀਂ ਕਹਿ ਦਿੰਦੇ ਹਾਂ ਪਰ ਉਪਕਾਰੀ। ਜਦੋਂ ਦਇਆ ਪੁੰਨ ਦੇ ਸੁਭਾਅ ਦੇ ਵਿੱਚ ਆ ਕੇ ਕਿਸੇ ਤੇ ਪਰਉਪਕਾਰ ਕਰ ਦਿੰਦਾ ਜਾਂ ਅਸੀਂ ਕਰਦੇ ਹਾਂ ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਬੰਦਾ ਧਰਮੀ ਹੈ, ਆਪੇ ਧਰਮ ਬਣ ਗਿਆ। ਵੈਸੇ ਧਰਮੀ ਜਿਹੜਾ ਹੈ ਉਹ ਧਰਮ ਨੂੰ ਕਮਾਉਣ ਦੇ ਨਾਲ ਬਣਦਾ, ਨਾ ਕਿ ਧਰਮ ਦੀਆਂ ਗੱਲਾਂ ਕਰਨ ਦੇ ਨਾਲ ਬਣਦਾ। ਮੈਂ ਤੁਹਾਡੇ ਨਾਲ ਧਰਮ ਦੀਆਂ ਗੱਲਾਂ ਕਰਦਾ ਪਰ ਮੈਂ ਧਰਮੀ ਨਹੀਂ ਇੱਦਾਂ ਹੋ ਸਕਦਾ। ਮੈਨੂੰ ਧਰਮ ਕਮਾਉਣਾ ਪਏਗਾ। ਜੇ ਮੈਂ ਪੁੰਨ ਜਾਂ ਦਇਆ ਦੀ ਗੱਲ ਕਰਦਾ ਮੈਨੂੰ ਵੀ ਪੁੰਨ ਕਰਨਾ ਪਏਗਾ, ਮੈਨੂੰ ਵੀ ਦਇਆ ਕਰਨੀ ਪਏਗੀ ਤਾਂ ਮੈਂ ਧਰਮੀ ਅਖਵਾਵਾਂਗਾ। ਜੇ ਮੇਰੇ ਅੰਦਰ ਪੁੰਨ, ਦਇਆ, ਹਮਦਰਦੀ ਦੀ ਭਾਵਨਾ ਨਹੀਂ, ਕਿਸੇ ਦੇ ਨਾਲ ਮੇਰੀ ਹਮਦਰਦੀ ਨਹੀਂ, ਕਿਸੇ ਦੀ ਮੈਂ ਹੈਲਪ ਸਪੋਰਟ ਨਹੀਂ ਕਰਦਾ, ਜਾਂ ਜੋ ਵੀ ਮੇਰੇ ਕੋਲ ਹੈ ਉਹ ਮੈਂ ਸ਼ੇਅਰ ਨਹੀਂ ਕਰਦਾ। ਚਾਹੇ ਮੇਰੇ ਕੋਲ ਧਨ ਹੈ, ਜੇ ਥੋੜਾ ਹੈ ਤੇ ਥੋੜਾ ਕਰਨਾ ਚਾਹੀਦਾ, ਜੇ ਬਹੁਤਾ ਧਨ ਹੈ ਤੇ ਬਹੁਤਾ ਸ਼ੇਅਰ ਕਰਨਾ ਚਾਹੀਦਾ। ਜੇ ਮੈਨੂੰ ਗਿਆਨ ਹੈ, ਥੋੜਾ ਹੈ ਤੇ ਥੋੜਾ ਕਰਦੀ ਹੈ, ਜੇ ਬਹੁਤਾ ਹੈ ਤੇ ਬਹੁਤਾ। ਕੋਈ ਵੀ ਮੇਰੇ ਕੋਲ ਨੁਕਤਾ ਲੁਕਾਉਣਾ ਤੇ ਛਪਾਉਣਾ ਨਹੀਂ। ਕਈ ਨੁਕਤਿਆਂ ਨੂੰ ਸਾਂਝਾ ਨਹੀਂ ਕਰਦੇ, ਕਹਿੰਦੇ ਨੁਕਤਾ ਬੜੀ ਮੁਸ਼ਕਲ ਸਿੱਖਿਆ, ਇਹ ਅਸੀਂ ਕਿਉਂ ਕਿਸੇ ਨੂੰ ਸਿਖਾਈਏ। ਉਹ ਧਰਮੀ ਨਹੀਂ ਹੋ ਸਕਦਾ। ਜਿਸ ਨੂੰ ਕੋਈ ਵੀ ਨੁਕਤਾ ਮਿਲਿਆ, ਕੋਈ ਵੀ ਦਾਤ ਮਿਲੀ ਹੈ ਨਾ, ਇਹ ਰੱਬੀ ਦਾਤ ਹੁੰਦੀ ਹੈ। ਉਸ ਨੁਕਤੇ ਨੂੰ, ਉਸ ਤਕਨੀਕ ਨੂੰ, ਉਸ ਵਿਦਿਆ ਨੂੰ, ਕਿਸੇ ਨੇ ਕੋਈ ਵੀ ਕੰਮ ਸਿੱਖਿਆ ਉਹਨੂੰ ਦੂਜੇ ਨੂੰ ਜਦੋਂ ਤੱਕ ਨਹੀਂ ਸਿਖਾਉਂਦਾ ਉਦੋਂ ਤੱਕ ਉਹ ਧਰਮੀ ਨਹੀਂ ਬਣ ਸਕਦਾ। ਮੈਂ ਉਹ ਕਹਾਂ ਵੀ ਮੈਂ ਕੀਰਤਨ ਕਰ ਲੈਣਾ, ਮੈਂ ਕਥਾ ਵਿਚਾਰ ਕਰ ਲੈਣਾ, ਇਹ ਮੈਂ ਇਕੱਲਾ ਹੀ ਆਪਣੇ ਅੰਦਰ ਰੱਖਾਂ, ਕਿਸੇ ਨੂੰ ਦੱਸਾਂ ਨਾ, ਮੈਂ ਧਰਮੀ ਥੋੜ੍ਹਾ ਹੋਵਾਂਗਾ। ਮੈਂ ਤਾਂ ਖੁਦ ਗਰਜ ਹੋਵਾਂਗਾ। ਮੇਰਾ ਕੰਮ ਹੈ ਮੈਨੂੰ ਜੋ ਕੁਛ ਆਉਂਦਾ ਸਾਰਾ ਜਿਹੜਾ ਸ਼ੇਅਰ ਕਰ ਦਿੱਤਾ ਜਾਏ, ਵੰਡ ਦਿੱਤਾ ਜਾਏ। ਗੁਰੂ ਨਾਨਕ ਨੇ ਵੰਡ ਕੇ ਛਕਣ ਨੂੰ ਕਿਹਾ ਸੀ ਨਾ, ਕਿ ਇਕੱਲੇ ਪ੍ਰਸ਼ਾਦੇ ਥੋੜੋ ਕਿਹਾ ਵੰਡ ਕੇ ਛਕਣ। ਪ੍ਰਸ਼ਾਦੇ ਤੇ ਅੱਜ ਦੇ ਯੁੱਗ ਦੇ ਵਿੱਚ ਸਾਰਿਆਂ ਕੋਲ ਬਹੁਤ ਨੇ, ਵਿਰਲੇ ਜਿਨ੍ਹਾਂ ਕੋਲ ਨਹੀਂ, ਚਲੋ ਮਾਲਕ ਉਹਨਾਂ ਨੂੰ ਵੀ ਦਿੰਦਾ। ਵੰਡ ਕੇ ਛਕਣ ਦਾ ਮਤਲਬ ਸੀ ਜੇ ਮਾਸਟਰ ਟੀਚਰ ਕੋਲ ਵਿਦਿਆ ਹੈ ਤੇ ਵਿਦਿਆ ਬੱਚਿਆਂ ਨੂੰ ਪੂਰੀ ਪੜ੍ਹਾਵੇ, ਨੁਕਤੇ ਸਾਰੇ ਦੱਸੇ। ਜੇ ਕਿਸੇ ਨੇ ਕੋਈ ਕਿਧਰੋਂ ਕੰਮ ਸਿੱਖਿਆ ਉਹ ਕੱਲਾ ਨਾ ਬੈਠੇ, ਉਹ ਮਰ ਗਿਆ ਤੇ ਉਹਦੇ ਨਾਲ ਹੀ ਗੁਣ ਚਲਾ ਜਾਣਾ ਹੈ। ਕੋਈ ਗਵਈਏ ਹੁੰਦੇ ਨੇ ਨਾ, ਉਹ ਗਵਈਆਂ ਨੂੰ ਗਾਉਣਾ ਸਿਖਾ ਦੇਣਾ ਚਾਹੀਦਾ। ਰਾਗੀ ਹੁੰਦੇ ਨੇ, ਉਹਨਾਂ ਨੂੰ ਰਾਗ ਵਿਦਿਆ ਵੰਡ ਦੇਣੀ ਚਾਹੀਦੀ। ਜੇ ਕੋਈ ਕਹੇ ਰਾਗੀ ਜਾਂ ਗਵਈਆ, ਇਹ ਤੇ ਮੈਂ ਬੜੀ ਮੁਸ਼ਕਲ ਸਿੱਖਿਆ ਤੇ ਉਹਦੇ ਨਾਲ ਹੀ ਗੁਣ ਉਹਦਾ ਖਤਮ ਹੋ ਜਾਏਗਾ ਜਦੋਂ ਉਹ ਮੁੱਕ ਜਾਏਗਾ। ਪਰ ਜੇ ਉਹ ਆਪਣੇ ਚੇਲੇ ਬਣਾ ਦੇਗਾ, ਸ਼ਿਸ਼ ਬਣਾ ਦੇਗਾ, ਉਹਨਾਂ ਨੂੰ ਸਿਖਾ ਦੇਗਾ, ਉਹਨਾਂ ਦਾ ਨਾਮ ਸਦਾ ਰੋਸ਼ਨ ਹੋਏਗਾ। ਉਹ ਕਹਿਣਗੇ ਵੀ ਉਹ ਬੰਦਾ ਤੇ ਚਲਾ ਗਿਆ ਪਰ ਇਹ ਫਲਾਣੇ ਬੰਦੇ ਦਾ ਚੇਲਾ ਹੈ, ਇਹ ਉਹਦੇ ਕੋਲ ਸਿੱਖਿਆ, ਉਹ ਬੰਦਾ ਇਹਦਾ ਉਸਤਾਦ ਸੀ। ਇਸ ਕਰਕੇ ਗੁਣ ਵੰਡਣ ਦੇ ਨਾਲ ਗੁਣ ਫੈਲ ਗਿਆ ਨਾ। ਇਸ ਕਰਕੇ ਉਹ ਬੰਦਾ ਧਰਮੀ ਹੁੰਦਾ ਜਿਹਦੇ ਅੰਦਰ ਪੁੰਨ ਦਇਆ ਦੀ ਭਾਵਨਾ ਹੁੰਦੀ ਹੈ। ਕੇਵਲ ਧਰਮ ਦੇ ਕੱਪੜੇ ਪਾ ਕੇ, ਕੇਵਲ ਚਿੱਟੇ ਨੀਲੇ ਦਸਤਾਰਾਂ ਬੰਨ੍ਹ ਕੇ, ਗੋਲ ਪਰਨੇ ਬੰਨ੍ਹ ਕੇ,
कोई धर्म ही नहीं बन जाता, धर्म नूं कमाउणा पैंदा। मैं पैसा इकट्ठा करन वाल तुरिया होया, वंडन लग्या मेरी जान निकले। ठीक है जी, जदों लैण वाली मेरी बिरती वो तो बड़ी वधिया भी आई जावे आई जावे। जदों को मेरे को मंगे जां मैनूं हैल्प की जरूरत होवे, मेरे वल्लों किसी नूं हैल्प की जरूरत होवे, मैं बहाने लावां ते फिर वो बंदा खुद गर्ज, फिर बनावटी बनावटी है, वो धर्मी नहीं। सो वो धर्मी है जिहदे अंदर पुन है, दया है, प्रेम की भावना है, वो संत है। संत जना कै हिरदे सब धर्म, संत जना सुने शुभ बचन, सर्व व्यापी राम संग रचन। जिहड़ा ऐसे सुभाਅ दा गुरमुख प्यारा हुंदा है ना, संत स्वरूप जिहड़ा हुंदा है ना, जां चंगा जां नेक बंदा हुंदा है ना, पातशाह जी फरमान करदे ने उन्हां दी जिहड़ी बोल बाणी ते बचन जिहड़े ने वो बड़े कमाल दे हुंदे, उन्हां दा सुनना बड़े कमाल दा हुंदा है, उन्हां दा सोचना भी बहुत कमाल दा हुंदा है। जिहड़ा रब नाल जुड़िया बंदा ना, तुसीं देखना कोई भी सतपुरख गुरमुख प्यारा ज्ञानी विद्वान जिहड़ा प्रॉपर जिहड़ा सही है उहदी गल है, जिहड़ा बनावटी उहदी नहीं, उहदा सुनना बहुत कमाल दा होएगा, उहदा सोचना बहुत कमाल दा होएगा, उहदा बोलना बहुत कमाल दा होएगा, उहदा ओ तोल के बोलेगा, सोच के गल आखेगा, और जो भी चीज़ करेगा वो बहुत वधिया तरीके दे नाल करेगा। सो इस करके उस दे बचन, बोलन वाली बाणी, उसदा सुनना ते उसदा करना, महाराज जी कहते बहुत कमाल दा होएगा। सो संत जना सुने शुभ, शुभ शुभ मतलब बहुत चंगे, शुभ वचन, शुभ वचन, शुभ विचार, शुभ वचन तां ही निकलते ने जे शुभ विचार होण, शुभ विचार तां ही बनते ने जे शुभ भावना होवे। ध्यान देना, शुभ विचार तां बनते ने जे शुभ शुभ जां शुद्ध भावना होवे। शुद्ध विचार बनने तो बाद वो अल्फाजां राही विचार जीव राही साडी रचना ते आउंदे ने ते दूसरे नूं फिर इंप्रैस ठंडा करदे ने। जिहदे अंदर ठंडक है दूजे नूं ठंड दिंदा बोलां राही, जिस दे अंदर कुड़तन है वो दूजे नूं बोलां राही कौड़ा कर दिंदा, जिस दे अंदर शांति है वो अपने बोलां राही दूजे नूं शांत कर दिंदा, जिस दे अंदर शांति नहीं वो दूजे नूं अपने बोलां राही भड़का दिंदा, गुस्से कर दिंदा। ते जिहड़ा रब दा प्यारा वाहिगुरू दा प्यारा, तां ही महाराज जी ने बाणी विच लिखिया ना भी संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सर्व सुख हर नाम वडाई, गुर प्रसाद नानक मत पाई, संत जना सुने शुभ वचन, सर्व व्यापी राम संग रचन। सारिया जगह दे विच रमिया होया राम, व्यापक रूप दे विच प्रभु, ओहदे विच रच जाते ने, मिक्स हो जाते हैं, ओहदे विच अभेद रहिंदे हन। जिहड़ा सतपुरख हुंदा है ना, जिहड़ा नेक बंदा हुंदा है, वो प्यार केवल इंसानां नाल नहीं करदा, वो सारी सृष्टि नूं प्यार करदा, सारी सृष्टि नूं अपना संभाल समझदा ते सारी सृष्टि नूं संभालदा भी, ते सारी सृष्टि ओहदी मित्र हुंदी है, ओहदी दोस्त हुंदी है, ओहदे विच ओ सृष्टि दे करते नूं देखदा। सर्व व्यापी राम संग रचन, जिन जाता तिस कीए रहत, सत बचन साधु सब कहत। ये गल्लां उन्हां दियां ने जिन्हां ने जान लिया, जिन्हां ने जानिया उन्हां दियां गल्लां हन, उन्हां दियां विचारां हन। जिन्हां ने जानिया नहीं उन्हां दियां नहीं, उन्हां दियां नहीं। जिन्हां ने उस देश नूं देखिया उन्हां दियां गल्लां हन, जिन्हां ने उस देश की टिकट नहीं लई, उस देश का वीज़ा नहीं लवाया, उन्हां दी गल नहीं है। जो अमेरिका कैनेडा पहुंचे ना उहदी गल है, ते जिस नूं वीज़ा ही नहीं मिलिया मुड़ घर बैठा होया उहदी कोई गल नहीं। जिसने उस देश नूं देखिया,
जिसने उस देश दीयां चीज़ां नूं समझिया, जिसने उस देश के कानून नूं फॉलो किया, महाराज जी कहते उस दियां गल्लां ही हन, ये विचारां उन्हां दियां हन जिन्हां ने गुरु नानक दे घर नूं, गुरु नानक दे देश नूं, गुरु नानक दे उस सतसंग रूपी सचखंड नूं जाणिया ही नहीं, उन्हां नूं की पता। इस करके जिन्हां ने जाणिया ये उहदियां गल्लां ने, गुरु नानक ने जाणिया, असीं गुरु नानक दीयां गल्लां करदे हां। गुरु दे भगतां ने जाणिया, असीं भगतां दीयां गल्लां करदे हां। जिन जाता तिसकी ये रहत, सत बचन साधु सब कहत। सो सदा ही सानू साडे गुरुआं ने, साडे भगतां प्यारिआं ने, सतपुरखां ने इस सच दा उपदेश सानू दिता है। सो सच सच सानू सुनाया, सच सुनाई सी, सच की बेला, सच बचन साधु सब कहत। जिन्हें भी साधे होए होंदे हैं, कोई भी, मैं पहला शुरू च बेनती की, जिन्ना भी दुनिया दे विच कोई नेक इंसान है, जदों वो बोलदा वो बहुत पॉजिटिव मैसेज छड्डदा है। ध्यान देना, जदों चंगा इंसान कोई गल करदा बहुत वधिया मैसेज वो अगे दिंदा है, ते उस दे मैसेज दे नाल दुनिया दे विच जागृति आउंदी है, जानकारी मिलदी है। सो जो जो होए सोई सुख माने, करन करावन हार प्रभ जाने। सो जो परमात्मा करदा है जां जो भी सानू करके बख्शदा है, ते जिहड़ा सपुरख हुंदा है, गुरमुख प्यारा हुंदा है, उसनूं वो सुखी सुखी मनदा है, उसनूं सत करके प्रवान करदा है। ते वो परमात्मा की करदा है साडे वास्ते, जां सानू की करके दिखाउंदा है, करन करावन हार प्रभ जाने। ये उहनूं ही पता है। कोई भी दुनिया दे विच कुछ भी वरत रिहा है, उहदा परमात्मा दा खेल है। वो कई तरीकों के नाल लेखे मिटाउंदा है, कई तरीकों के नाल लेखे लैंदा है, कईयां कोल हिसाब किताब लैंदा है, कईयां नूं वो दिंदा है। इदां दा समा बना दिंदा परमात्मा। लेखे कते ना छोटी है, किन किन भुलनहार। जिहड़ा साडा बकाया है वो सानू लेखे राहीं मिलदा है, ते जिहड़ा असीं देना हुंदा है वो भी लेखे राहीं देना पैंदा है। पर ये जिहड़ियां चीज़ां सानू समझ विच नहीं आउंदियां, क्योंकि असीं परमात्मा अजे तक नहीं बने। बन भी सकते हैं, बाणी विच लिखे तू परमात्मा भी हो सकता है, परम पिता दे विच भेद होना पएगा। सो जे उसनूं समझना है तो फिर उहदे वर्गा होना पएगा। करन करावन हार प्रभ जानै, उसनूं ही पता। जदों कोई ब्रह्म ज्ञानी की गत ब्रह्म ज्ञानी जाने, जदों कोई परमात्मा वर्गा बन गया तो परमात्मा किवें दा, परमात्मा दा सुभाव किवें दा, परमात्मा की करदा, परमात्मा की दिंदा, परमात्मा की लैंदा, फिर सारी जानकारी हो जाती है। सारी जानकारी हो जाती है। जिहड़ा कोई बंदा PhD की डिग्री करदा है ते एक जिहड़ा नहीं करदा उन्होंने उहदे बारे पता नहीं हुंदा। जदों वो भी दिन रात 20-22 घंटे पढ़ाई करके उस डिग्री नूं प्राप्त कर लैंदा, फिर उन्होंने पता लग जाता भी ये बड़ा मेहनत का काम है, ये बड़ा भाई मेहनत का काम है। तो जिसने प्राइमरी दे विचों ही स्कूल छड्ड दिता होवे, मिडल दे विचों स्कूल छड्ड दिता होवे, मैट्रिक करके छड्ड दिता होवे, तो गल्लां करे भी उन्हां दियां जिन्हां ने बहुत वड्डी डिग्री कीती है, बहुत वड्डी डिग्री PhD असीं कहंदे हां, भी ओहदी रीस करे जां ओहदे बराबर जाण दी कोशिश करे, वो कदी जा नहीं सकदा। उत्थे जाण दे लई उहनूं मेहनत करनी पएगी। परमात्मा मैनू समझ आवे, परमात्मा मैनू मिल जाए, उस जगह ते पहुंचण लई 1 बाय 1 एक स्टैप, दूजा तीजा चौथा पौड़ी पौड़ी चढ़ते जाना पएगा। ते फिर जदों वो परमात्मा साडे सामने, चाहे सृष्टि के रूप दे विच, चाहे ग्रंथ के रूप दे विच, चाहे निर्गुण स्वरूप, चाहे सरगुण स्वरूप, किसी भी स्वरूप विच साडे सामने आएगा, सानू उहदी पहचान हो जाएगी। क्योंकि असीं एक एक स्टैप करदे उहदे तक पहुँचे हैं। वो सानू अपने सन्मुख करके वो अपने वर्गा बना के अपने विच रला लेगा, मतलब अभेद कर लेगा। इहदे बारे बाणी विच कबीर जी की पंक्ति है,
कबीर चंदन का बिरवा भला बीड़ियो ढाक पलास, ओए पी चंदन होए रहे बसे जो चंदन पास। जिन्नी दुनिया दे लोग ज़्यादा करके चंदन दी लकड़ी नूं वरतदे ने, वो प्योर चंदन नहीं हुंदा। प्योर चंदन बहुत घट मिलदा ही नहीं, बहुत मुश्किल नाल। ਇਹ ਉਹ ਅਸੀਂ ਲੱਕੜੀ ਵਰਤਦੇ ਹਾਂ ਚੰਦਨ ਦੀ, ਜਿਹੜੀ ਚੰਦਨ ਦੇ ਦਰਖਤ ਦੇ ਲਾਗੇ ਜਿਹੜੇ ਦਰਖਤ ਹੁੰਦੇ ਨੇ ਉਹਦੀ ਮਹਿਕ ਦੇ ਨਾਲ ਚੰਦਨ ਬਣ ਜਾਂਦੇ ਨੇ, ਉਹ ਅਸੀਂ ਚੰਦਨ ਵਰਤਦੇ ਹਾਂ। ਤੇ ਸਾਨੂੰ ਇਦਾਂ ਲੱਗਦਾ ਪੂਰੀ ਮਹਿਕ ਚੰਦਨ ਵਰਗੀ ਹੁੰਦੀ ਹੈ, ਵੀ ਲੱਗਦਾ ਵੀ ਇਹ ਚੰਦਨ ਦੀ ਲੱਕੜੀ ਹੈ। ਉਹਦੇ ਵਿੱਚ ਚੰਦਨ ਦੀ ਖੁਸ਼ਬੂ ਆਉਂਦੀ ਹੈ ਚੰਦਨ ਦੇ ਕੋਲ ਰਹਿ ਕੇ। ਸੋ ਗੁਰੂ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਕੋਈ ਆਪਣੇ ਪਰਮ ਪਿਤਾ ਵਾਹਿਗੁਰੂ ਅਕਾਲ ਪੁਰਖ ਗੌੜ ਈਸ਼ਵਰ ਪ੍ਰਮਾਤਮਾ ਭਗਵਾਨ ਵਾਹਿਗੁਰੂ ਦੇ ਨਾਲ ਜੁੜਿਆ ਰਹੇਗਾ, ਜੁੜਦਾ ਰਹੇਗਾ, ਉਹ ਹੌਲੀ 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 ਇੱਕ ਦਿਨ ਮਹਾਰਾਜ ਜੀ ਕਹਿੰਦੇ ਉਹਦਾ ਹੀ ਰੂਪ ਬਣ ਜਾਏਗਾ। ਕਿਵੇਂ? ਬਾਣੀ ਦੀ ਪੰਕਤੀ ਪੜ੍ਹ ਲੈਂਦੇ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਸ ਦੇ ਜੀਵਨ ਦੇ ਵਿੱਚ ਐਸਾ ਬਦਲਾਵ ਪ੍ਰਮਾਤਮਾ ਕਰ ਦਿੰਦਾ, ਉਹ ਇੱਕ ਦਿਨ ਪ੍ਰਮਾਤਮਾ ਵਰਗਾ ਹੀ ਹੋ ਜਾਂਦਾ। ਉਹਦੇ ਵਿੱਚ ਪ੍ਰਮਾਤਮਾ ਆਪੇ ਵਿੱਚ ਰਲਾਉਂਦਾ ਹੀ ਉਸ ਨੂੰ ਹੈ ਜਿਹੜਾ ਪ੍ਰਮਾਤਮਾ ਵਰਗਾ ਹੋ ਜਾਏ। ਬੜੀ ਵਾਰ ਤੁਸੀਂ ਸਰਵਣ ਕੀਤਾ ਵੀ ਰੂਹਾਂ ਅਵਗਤ ਵੀ ਹੁੰਦੀਆਂ ਨੇ, ਰੂਹਾਂ ਮੁਕਤ ਵੀ ਹੁੰਦੀਆਂ ਹਨ। ਅਭੇਦ ਉਹ ਹੀ ਹੁੰਦੇ ਨੇ ਜਿਹੜੇ ਰੱਬ ਵਰਗੇ ਬਣ ਜਾਂਦੇ ਹਨ। ਰੱਬ ਵਰਗਾ ਬਣਨ ਦੇ ਲਈ ਮਹਾਰਾਜ ਜੀ ਕਹਿੰਦੇ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਿਹੜੀ ਹੈ? ਵੀ ਮਿਹਨਤ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ। ਸ਼ਬਦ ਦੀ ਕਮਾਈ ਕੀ ਹੈ? ਸ਼ਬਦ ਨੂੰ ਨਿਤ ਨੇਮ ਰਾਹੀਂ, ਕਥਾ ਰਾਹੀਂ, ਅਭਿਆਸ ਰਾਹੀਂ, ਕਿਸੇ ਵੀ ਤਰੀਕੇ ਦੇ ਨਾਲ ਗੁਰੂ ਦੀ ਸਿਫਤ ਨੂੰ ਸੁਣਨਾ ਪਏਗਾ। ਤੇ ਗੁਰੂ ਦੀ ਸਿਫਤ ਨੂੰ ਸੁਣਦਿਆਂ 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 ਇੱਕ ਦਿਨ ਐਸਾ ਆਏਗਾ ਵੀ ਮਨੁੱਖ ਜਿਹੜਾ ਇਸ ਤਰ੍ਹਾਂ ਮਹਿਸੂਸ ਕਰੇਗਾ ਵੀ ਮੈਂ ਪ੍ਰਮਾਤਮਾ ਦੇ ਲਾਗੇ ਤੇ ਪ੍ਰਮਾਤਮਾ ਮੇਰੇ ਲਾਗੇ। ਤੇ ਫਿਰ ਪ੍ਰਮਾਤਮਾ ਕਹੇਗਾ आओ ਜੀ तू आओ हमारे हर जस सरवण सुनावना। फिर परमात्मा सत्संग जी मनुख नूं अपने वर्गा मतलब अपने विच लीन कर लैंदा। रोज़ पंक्ति पढ़ते हाँ, नानक लीन भयो गोबिंद सिंह जो पानी संग पानी, सो जो जो होए सोई सुख माने, करन करावन हार प्रभ जाने। परमात्मा नूं ही पता है सारी सृष्टि दे बारे, ਜਾਂ ਫਿਰ ਬ੍ਰਹਮ ਗਿਆਨੀ ਨੂੰ ਹੀ ਪਤਾ ਹੈ ਸਾਰੀ ਸ੍ਰਿਸ਼ਟੀ ਦੇ ਬਾਰੇ, ਕਿਉਂਕਿ ਬਾਣੀ ਵਿੱਚ ਲਿਖ ਦਿੱਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਪਰਮਾਤਮਾ ਵੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਜਿਹੜਾ ਸਤਿਪੁਰਖ ਬ੍ਰਹਮ ਗਿਆਨੀ ਬਣ ਗਿਆ ਉਹ ਵੀ ਉਸੇ ਹੀ ਪ੍ਰਕਾਰ ਦਾ ਹੈ। ਕਿਉਂਕਿ ਪਰਮਾਤਮਾ ਔਰ ਪਰਮਾਤਮਾ ਦਾ ਭਗਤ ਦੋ ਨਹੀਂ, हर हर जन दोए एक है, बिब विचार किश नाहे, जल ते उपज तरंग ज्यों जल ही विखे समाहे। भगत रविदास जी भी कहते ने तोही मोही मोही तोही, अंतर कैसा कनक कटक जल तरंग जैसा। परमात्मा ते परमात्मा दे बंदे हूबहू हन, बाणी विच लिखिया परमात्मा ते परमात्मा दे बनाए बंदे हूबहू मतलब इक्को वर्गे हन। किवें? एक होर पंक्ति पढ़ लैने आ, अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। क्लीयर होगी ना गल? इस करके असी परमात्मा वर्गे नहीं, परमात्मा ही हाँ। देखो असी परमात्मा वर्गे नहीं, परमात्मा ही हाँ। ਜਦੋਂ ਕੋਈ ਇੱਕ ਬੰਦਾ ਬਹੁਤ ਵੱਡੇ ਅਹੁਦੇ ਤੇ ਕਿਸੇ ਨੂੰ ਲੱਗਿਆ ਨੂੰ ਦੇਖਦਾ ਹੈ, ਉਹਦੇ ਅੰਦਰ ਵੀ ਇਹ ਚੀਜ਼ ਦੀ ਚਾਹਤ ਹੁੰਦੀ ਹੈ ਮੈਂ ਵੀ ਉਸ ਅਹੁਦੇ ਤੱਕ ਪਹੁੰਚਾਂ। ਜਦੋਂ ਉਹ ਮਿਹਨਤ ਮੁਸ਼ੱਕਤ ਕਰਕੇ ਉਸ ਅਹੁਦੇ ਤੱਕ ਪਹੁੰਚ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਇਹ ਸੀਟ ਦਾ, ਇਸ ਅਹੁਦੇ ਦਾ ਨਿੱਘ ਕੀ ਹੈ। ਉਸ ਨਿੱਘ ਨੂੰ ਲੈਣ ਦੇ ਲਈ ਉਹਨੂੰ ਕਿੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਿਆ। IAS ਜਿਹੜੇ ਅਫਸਰ ਬਣਦੇ ਨੇ, IPS ਜਾਂ ਜੋ ਵੀ ਵੱਡੇ ਵੱਡੇ ਅਫਸਰ ਬਣਦੇ ਨੇ, ਉਹਨਾਂ ਨੂੰ ਪੁੱਛ ਲੈਣਾ, ਕੋਈ ਪੁੱਛੇ ਵੀ ਤੁਹਾਡੀ ਜ਼ਿੰਦਗੀ ਬਚਪਨ ਜਵਾਨੀ ਕਿੱਦਾਂ ਦੀ ਹੈ। ਉਹਨਾਂ ਨੇ ਇੰਨੀ ਕੁ ਮਿਹਨਤ ਕੀਤੀ, ਇੰਨੀ ਕੁ ਪੜ੍ਹਾਈ ਕੀਤੀ, ਐਵੇਂ ਥੋੜ੍ਹਾ ਸਿੱਧੇ ਕੋਈ DC ਲੱਗ ਜਾਂਦੇ ਨੇ। ਅਸੀਂ ਕਹਿੰਦੇ ਤੂੰ DC ਲੱਗਾ। DC ਲੱਗਣ ਦੇ ਲਈ ਕਰਨਾ ਕੀ ਪੈਂਦਾ ਇਹ ਪਹਿਲਾਂ ਦੇਖਣਾ ਪੈਂਦਾ। ਬਹੁਤ ਬਰੀਕ ਨੱਕੇ ਦੇ ਵਿੱਚੋਂ ਨਿਕਲਣਾ ਪੈਂਦਾ। ਬੜੇ
ਟੈਸਟ ਦੇਣੇ ਪੈਂਦੇ ਨੇ, ਦਿਨ ਰਾਤ ਵਿਦਿਆ ਪੜ੍ਹਨੀ ਪੈਂਦੀ। ਫਿਰ ਜਦੋਂ ਉਹ ਉੱਥੇ ਪਹੁੰਚ ਜਾਂਦਾ ਤੇ ਫਿਰ ਉਹ ਇੱਕ ਕਦਰਦਾਨ ਬੰਦਾ ਬਣਦਾ। ਫਿਰ ਉਸ ਨੂੰ ਸਮਝ ਲੱਗ ਜਾਂਦੀ ਵੀ ਇਹ ਅਹੁਦਾ ਕੀ ਹੈ। ਜਦੋਂ ਪਰਮ ਪਿਤਾ ਪਰਮਾਤਮਾ, ਜਿਵੇਂ ਮੈਂ ਕਹਿੰਦਾ 1 ਬਾਏ 1 ਇੱਕ ਇੱਕ ਕਰਕੇ ਅਵਸਥਾ ਬਣਦੀ ਜਦੋਂ ਬਣ ਜਾਂਦੀ ਹੈ, ਪਰਮਾਤਮਾ ਤੱਕ ਬੰਦਾ ਪਹੁੰਚ ਜਾਂਦਾ, ਫਿਰ ਉਸ ਨੂੰ ਪਤਾ ਲੱਗਦਾ ਵੀ ਇਹ ਪਰਮਾਤਮਾ ਕੀ ਹੈ ਤੇ ਮੈਂ ਇੱਥੇ ਤੱਕ ਪਹੁੰਚਿਆ ਕਿਵੇਂ ਹਾਂ। ਫਿਰ ਉਹ ਉਹਨਾਂ ਨੁਕਤਿਆਂ ਨੂੰ ਸਾਂਝੇ ਕਰਦਾ, ਫਿਰ ਉਹ ਉਹਨਾਂ ਚੀਜ਼ਾਂ ਨੂੰ ਸ਼ੇਅਰ ਕਰਦਾ ਵੀ ਤੁਸੀਂ ਵੀ ਇਸ ਜਗ੍ਹਾ ਤੇ ਆ ਜਾਓ, ਤੁਸੀਂ ਵੀ ਇਸ ਜਗ੍ਹਾ ਤੇ ਪਹੁੰਚ ਸਕਦੇ ਹੋ। ਇਸ ਕਰਕੇ ਆਖਰੀ ਪੰਕਤੀ ਬੜੀ ਪਿਆਰੀ, ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਸੋ ਪ੍ਰਮਾਤਮਾ ਅੰਦਰ ਵੀ ਹੈ, ਪ੍ਰਮਾਤਮਾ ਬਾਹਰ ਵੀ ਹੈ। ਘਰ ਅੰਦਰ ਵੀ ਹੈ, ਘਰ ਬਾਹਰ ਵੀ ਹੈ। ਘਰ ਥੱਲੇ ਵੀ ਹੈ, ਘਰ ਉੱਪਰ ਵੀ ਹੈ। ਘਰ ਸੱਜੇ ਵੀ ਹੈ, ਘਰ ਖੱਬੇ ਵੀ ਹੈ। ਘਰ ਉੱਤਰ ਵਿੱਚ ਵੀ ਹੈ, ਘਰ ਦੱਖਣ ਵਿੱਚ ਵੀ ਹੈ। ਕਿਵੇਂ? ਜਲੇ ਹਰੀ, ਥਲੇ ਹਰੀ, ਇਹਾਂ ਹਰੀ, ਉਹਾਂ ਹਰੀ, ਬਲਹਾਰੀ ਕੁਦਰਤ ਵਸਿਆ। ਇਹ ਸਾਰਾ ਘਰ ਹੀ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਘਰ ਹੈ। ਗੁਰਦੁਆਰਾ, ਮੰਦਿਰ, ਮਸਜਿਦ ਪਰਮਾਤਮਾ ਦਾ ਘਰ ਹੈ। ਜੋ ਵੀ ਅਸੀਂ ਦੇਖ ਰਹੇ ਹਾਂ, ਦਰਿਆ, ਸਮੁੰਦਰ, ਸਾਗਰ, ਇਹ ਪਰਮਾਤਮਾ ਦਾ ਘਰ ਹੈ। ਜਿੱਥੋਂ ਇਹ ਸੋਝੀ ਆਉਂਦੀ ਹੈ, ਜਿਸ ਮਤ ਦੇ ਵਿੱਚੋਂ ਵਿਚਾਰ ਨਿਕਲਦੇ ਨੇ, ਜਿਸ ਦਿਲ ਦੇ ਵਿੱਚੋਂ ਜਜ਼ਬੇ, ਜਜ਼ਬਾਤ ਜਾਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਜਿਸ ਹਿਰਦੇ ਦੇ ਵਿੱਚੋਂ ਉਹ ਚੀਜ਼ ਪੈਦਾ ਹੁੰਦੀ ਹੈ ਜਿਸ ਨੂੰ ਸੱਤ ਕਹਿੰਦੇ ਹਨ, ਉਹ ਵੀ ਘਰ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏਗੋ ਫੇਰਾ। ਇਹ ਹੁਣ ਵਿਸ਼ਾ ਹੈ ਪ੍ਰੈਕਟੀਕਲ। ਪ੍ਰੈਕਟੀਕਲ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਅੰਤਰ ਵਸੇ ਬਾਹਰ ਵੀ ਉਹੀ। ਜਦੋਂ ਪ੍ਰੈਕਟੀਕਲ ਕਰ ਲਿਆ ਜਾਵੇ, ਪਹਿਲਾਂ ਥਿਊਰੀ ਪੜ੍ਹੀ ਜਾਂਦੀ ਹੈ, ਫਿਰ ਉਸ ਨੂੰ ਪ੍ਰੈਕਟੀਕਲ ਕੀਤਾ ਜਾਂਦਾ ਹੈ। ਜਿਵੇਂ ਅੱਜ ਕੱਲ੍ਹ YouTube ਤੋਂ ਪੜ੍ਹ ਕੇ ਅਸੀਂ ਬੜਾ ਕੁਝ ਕਰ ਲੈਂਦੇ ਹਾਂ। ਕਈ ਖਾਣ ਵਾਲੀਆਂ ਚੀਜ਼ਾਂ YouTube ਤੋਂ ਅਸੀਂ ਦੇਖ ਕੇ ਬਣਾਉਂਦੇ ਹਾਂ, ਖਾਂਦੇ ਹਾਂ। ਪਰ ਕੇਵਲ ਪੜ੍ਹਨ ਦੇ ਨਾਲ ਥੋੜ੍ਹਾ ਸਾਰਾ ਸਮਾਨ ਇਕੱਠਾ ਕਰਨਾ ਪਏਗਾ। ਕੁੱਕਰ ਨੂੰ ਰੱਖਣਾ ਪਏਗਾ ਅੱਗ ਦੇ ਉੱਪਰ, ਸਾਰੀਆਂ ਵਸਤੂਆਂ ਨੂੰ ਲਿਆ ਕੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮਿਣ ਕੇ ਉਹਨਾਂ ਨੂੰ ਪਾਉਣਾ ਪਏਗਾ। ਫਿਰ ਜਾ ਕੇ ਕੋਈ ਖਾਣ ਪੀਣ ਵਾਲਾ ਪਦਾਰਥ ਤਿਆਰ ਹੁੰਦਾ ਹੈ। ਸੋ ਜਦੋਂ ਅਸੀਂ ਬਾਣੀ ਨੂੰ ਸਾਰੀ ਨੂੰ ਕਥਾ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ, ਵਿਚਾਰ ਦੇ ਰੂਪ ਵਿੱਚ ਵਿਚਾਰਾਂਗੇ, ਵਿਚਾਰਨ ਤੋਂ ਬਾਅਦ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅਸੀਂ ਉਸ ਨੂੰ ਪ੍ਰੈਕਟੀਕਲ ਆਪਣੇ ਉੱਪਰ ਲਾਗੂ ਕਰਾਂਗੇ ਤੇ ਫਿਰ ਸਾਨੂੰ ਇੱਕ ਅਲੱਗ ਤਰ੍ਹਾਂ ਦੇ ਤਜਰਬੇ ਜਿਹੜੇ ਨੇ ਉਹ ਹਾਸਲ ਹੋਣਗੇ। ਜਦੋਂ ਬਾਣੀ ਨੂੰ ਪ੍ਰੈਕਟੀਕਲ, ਜਦੋਂ ਬਾਣੀ ਵਿੱਚ ਲਿਖਿਆ ਸਿੰਪਲ ਜੀ ਉਦਾਹਰਨ, ਸੱਚ ਬੋਲਿਆ ਕਰੋ। ਜਦੋਂ ਅਸੀਂ ਸੱਚ ਬੋਲਾਂਗੇ ਤੇ ਲੋਕਾਂ ਨੇ ਸਾਨੂੰ ਧੱਕੇ ਮਾਰਨੇ ਹਨ, ਲੋਕਾਂ ਨੇ ਸਾਨੂੰ ਠੁੱਡੇ ਮਾਰਨੇ ਹਨ, ਲੋਕਾਂ ਨੇ ਸਾਨੂੰ ਨਿੰਦਣਾ ਹੈ। ਤੇ ਪਤਾ ਲੱਗ ਗਿਆ ਨਾ ਸੱਚ ਦਾ ਬੋਲਣ ਦਾ ਮਤਲਬ ਕੀ ਹੈ, ਇਹਦੇ ਬਦਲੇ ਕੀ ਮਿਲਦਾ ਹੈ, ਕਿੱਦਾਂ ਦੇ ਅੱਗੇ ਵਿਊਜ਼ ਆਉਂਦੇ ਨੇ, ਕਿੱਦਾਂ ਦਾ ਅੱਗੇ ਰਿਸਪੌਂਸ ਮਿਲਦਾ। ਜਦੋਂ ਅਸੀਂ ਪ੍ਰੈਕਟੀਕਲ ਕੀਤਾ ਫੇਰ ਹੀ ਹੋਇਆ ਨਾ। ਜਦੋਂ ਅਸੀਂ ਝੂਠੇ ਬੰਦੇ ਨੂੰ ਉਹਦੇ ਮੂੰਹ ਤੇ ਝੂਠਾ ਕਹਿ ਦਿੱਤਾ, ਉਹਨੇ ਸਾਡੇ ਗੱਲ ਪੈਣਾ। ਆ ਗਈ ਨਾ ਸੱਚ ਕਮਾਣਾ ਕਿੰਨਾ ਔਖਾ। ਜਦੋਂ ਅਸੀਂ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲੈ ਕੇ ਜਾਵਾਂਗੇ, ਤਜਰਬੇ ਹਾਸਲ ਹੋਣਗੇ। ਜਦੋਂ ਸਾਨੂੰ ਇਦਾਂ ਦੇ ਤਜਰਬੇ ਹੋਣਗੇ ਤੇ ਫਿਰ ਸਾਨੂੰ ਕਦੀ ਵੀ ਦੁੱਖ ਨਹੀਂ ਲੱਗੇਗਾ। ਸਾਡਾ ਸੁਭਾਅ ਬਹੁਤ ਵਧੀਆ ਹੋ ਜਾਏਗਾ, ਅਸੀਂ ਪੱਕੇ ਹੋ ਜਾਵਾਂਗੇ। ਜਦੋਂ ਅਸੀਂ ਸੱਚ ਦੇ ਮਾਰਗ ਦੇ ਚੱਲਦੇ ਹਾਂ, ਸਾਨੂੰ ਕਈ ਭੈੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ। ਫਿਰ ਅਸੀਂ ਪੱਕੇ ਹੁੰਦੇ ਜਾਵਾਂਗੇ। ਸਾਨੂੰ ਕੋਈ ਦੁਨੀਆ ਦੀ ਪਰਵਾਹ ਨਾ ਰਹੇਗੀ। ਫਿਰ ਸੱਚੇ ਮਾਰਗ ਚੱਲਦੇ ਹਾਂ। ਉਸਤ ਕਰੇ ਜਹਾਨ, ਇਹਨੂੰ ਹੀ ਕਹਿੰਦੇ ਹਨ। ਉਹਦੇ ਅੰਦਰ ਦ੍ਰਿੜਤਾ ਆ ਜਾਂਦੀ ਹੈ, ਉਹਦਾ ਇਰਾਦਾ ਬੜਾ ਪੱਕਾ ਹੋ ਜਾਂਦਾ ਹੈ, ਕਿਉਂਕਿ ਉਹਨੇ ਪ੍ਰੈਕਟੀਕਲ ਬਾਣੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪ੍ਰੈਕਟੀਕਲ ਕਰਨਾ ਬਹੁਤ ਔਖਾ ਹੈ। ਥਿਊਰੀ ਪੜ੍ਹਨੀ ਅਜੇ ਸੌਖੀ ਹੈ, ਪ੍ਰੈਕਟੀਕਲ ਜਿਹੜੇ ਸਾਇੰਸ ਸਟੂਡੈਂਟ ਹੈ, ਜਦੋਂ ਲੈਬੋਰਟਰੀ ਦੇ ਵਿੱਚ ਜਾ ਕੇ ਪ੍ਰੈਕਟੀਕਲ ਕਰਦੇ ਨੇ, ਹੱਥ ਕੰਬਦੇ ਨੇ। ਜਦੋਂ ਕੋਈ ਸੱਚ ਬੋਲਦਾ ਪਹਿਲਾਂ ਉਹਦੀ ਜ਼ੁਬਾਨ ਵੀ ਕੰਬਦੀ ਹੈ, ਪਰ ਹੌਲੀ ਹੌਲੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਚੀਜ਼ ਖਤਮ ਹੋ ਜਾਂਦੀ ਹੈ। ਉਹ ਹਰਖ ਤੇ ਸੋਗ ਤੋਂ ਉੱਪਰ ਉੱਠ ਜਾਂਦਾ ਹੈ। ਉਹ ਬੇਇੱਜ਼ਤੀ ਜਾਂ ਉਸਤਤ ਵਡਿਆਈ ਤੋਂ ਉੱਪਰ ਉੱਠ ਜਾਂਦਾ ਹੈ, ਉਹਨੂੰ ਪਰਵਾਹ ਨਹੀਂ ਰਹਿੰਦੀ। ਇਸ ਕਰਕੇ ਉਹ ਸੱਚੇ ਮਾਰਗ ਤੇ ਚੱਲਦਾ ਆਪ ਵੀ ਤਰ ਜਾਂਦਾ ਤੇ ਦੂਜੇ ਨੂੰ ਵੀ ਤਾਰ ਦਿੰਦਾ, ਦੂਜੇ ਨੂੰ ਵੀ ਸੱਚ ਦਾ ਇੰਜੈਕਸ਼ਨ ਲਾ ਕੇ ਰਾਹ ਪਾ ਦਿੰਦਾ, ਉਹਦੇ ਅੰਦਰੋਂ ਝੂਠ ਦੀ ਬਿਮਾਰੀ ਨੂੰ ਕੱਢ ਦਿੰਦਾ। ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਸੋ
ਜਦੋਂ ਕੋਈ ਚੰਗੀ ਸੁਰਤੀ ਬਿਰਤੀ ਵਾਲਾ ਬਣ ਜਾਂਦਾ ਹੈ ਤੇ ਉਹ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਕਰਦਾ ਤੇ ਉਹਦੇ ਦਰਸ਼ਨ ਸ੍ਰਿਸ਼ਟੀ ਵੀ ਕਰਦੀ ਹੈ। ਪਰਮਾਤਮਾ ਦੇ ਦਰਸ਼ਨ ਪ੍ਰਮਾਤਮਾ ਦਾ ਪਿਆਰਾ ਕਰਦਾ ਤੇ ਪਿਆਰੇ ਦੇ ਦਰਸ਼ਨ ਵੀ ਪ੍ਰਮਾਤਮਾ ਕਰਦਾ। ਜਿਵੇਂ ਗੁਰੂ ਸਾਨੂੰ ਲੈਣ ਆਉਂਦਾ ਨਾ, ਚਰਨ ਸ਼ਰਨੇ ਇਹ ਗੁਰੂ ਪਿੰਡਾ ਜਾਏ ਚਲ ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਤ ਹੈ। ਜੇ ਅਸੀਂ ਜਾਂਦੇ ਹਾਂ ਤੇ ਉਹ ਵੀ ਆਉਂਦਾ ਹੈ, ਜੇ ਅਸੀਂ ਉਹਨੂੰ ਦੇਖਦੇ ਹਾਂ ਤੇ ਉਹ ਵੀ ਸਾਨੂੰ ਦੇਖਦਾ ਹੈ, ਜੇ ਅਸੀਂ ਉਹਨੂੰ ਪਾਉਣਾ ਚਾਹੁੰਦੇ ਹਾਂ ਤੇ ਉਹ ਵੀ ਸਾਨੂੰ ਪਾਉਣਾ ਚਾਹੁੰਦਾ ਹੈ। ਧਿਆਨ ਦੇਣਾ, ਜੇ ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ ਤੇ ਉਹ ਵੀ ਸਾਨੂੰ ਮਿਲਣਾ ਚਾਹੁੰਦਾ ਹੈ। ਜੇ ਅਸੀਂ ਉਸ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤੇ ਉਹ ਵੀ ਸਾਨੂੰ, ਜੇ ਅਸੀਂ ਵਡਿਆਈ ਰਾਹੀਂ ਹੁਣ ਖੁਸ਼ ਕਰਦੇ ਪਏ ਨਾ, ਜੇ ਅਸੀਂ ਉਹਨੂੰ ਵਡਿਆਈ ਰਾਹੀਂ ਜਾਂ ਮੱਥੇ ਟੇਕ ਕੇ ਜਾਂ ਸੇਵਾ ਕਰਕੇ ਖੁਸ਼ ਕਰਦੇ ਹਾਂ ਤੇ ਉਹ ਵੀ ਸਾਨੂੰ ਫਿਰ ਉਹਦੀ ਡਿਊਟੀ ਬਣ ਜਾਂਦੀ ਹੈ, ਉਹ ਵੀ ਸਾਨੂੰ ਖੁਸ਼ ਕਰੇ। ਉਹ ਆਪਣੀ ਮਿਹਰ, ਆਪਣੀ ਕਿਰਪਾ, ਆਪਣੀ ਦ੍ਰਿਸ਼ਟੀ ਦੇ ਨਾਲ ਥਾਪੜਾ ਦੇ ਕੇ ਸਾਨੂੰ ਖੁਸ਼ੀ ਦੇ ਦਿੰਦਾ ਹੈ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਬੜੀ ਪਿਆਰੀ ਵਿਚਾਰ, ਬੜੇ ਪ੍ਰਮਾਣ ਪਿਆਰੇ ਦੇ ਕੇ ਮਹਾਰਾਜ ਜੀ ਨੇ ਸਮਝਾਇਆ। ਸੋ ਅਗਲੀ ਬੇਨਤੀ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ। ਸੋ 5 ਤਰੀਕ ਤੋਂ ਪ੍ਰਭਾਤ ਫੇਰੀਆਂ ਦੀ ਆਰੰਭਤਾ ਹੈ। ਸੋ ਜਿਨ੍ਹਾਂ ਨੇ ਸਤਸੰਗ ਦੀ ਸੇਵਾ ਲੈਣੀ ਹੈ ਸੋ ਆਪਣੇ ਨਾਮ ਲਿਖਾ ਦੇਣੇ, ਕਿਉਂਕਿ ਬਾਅਦ ਦੇ ਵਿੱਚ ਫਿਰ ਡਬਲ ਪ੍ਰੋਗਰਾਮ ਹੋ ਜਾਂਦੇ ਹਨ। ਸ਼ੁਰੂ ਦੇ ਵਿੱਚ ਸਿੰਗਲ ਹਨ। ਜਿਨ੍ਹਾਂ ਨੇ ਸੇਵਾ ਲੈਣੀ ਹੈ ਉਹ ਆਪਣੇ ਨਾਮ ਜ਼ਰੂਰ ਨੋਟ ਕਰਵਾ ਦੇਣ। 5 ਤਰੀਕ ਤੋਂ ਪ੍ਰਭਾਤ ਫੇਰੀ ਦੀ ਆਰੰਭਤਾ ਹੋਏਗੀ ਜੀ। ਗੁਰੂ ਤੁਹਾਨੂੰ ਖੁਸ਼ੀਆਂ ਦੇਵੇ, ਤੁਹਾਡੀਆਂ ਕਮਾਈਆਂ ਨੂੰ ਸਫਲਿਆਂ ਕਰੇ, ਤੁਹਾਡਾ ਬੈਠਣਾ, ਤੁਹਾਡਾ ਸੁਣਨਾ ਮਹਾਰਾਜ ਜੀ ਪ੍ਰਵਾਨ ਕਰ ਲਵੇ। ਦੁਨੀਆ ਦੀ ਹਰ ਖੁਸ਼ੀ ਤੁਹਾਡੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਦੇਸ਼ ਪ੍ਰਦੇਸ਼ ਬੈਠਿਆਂ ਨੂੰ ਦੇਵੇ ਮਾਲਕ। ਭਲਾ ਕਰੇ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।